ਮਨੁੱਖ ਦਾ ਸੰਸਾਰ ਵਿੱਚ ਆਉਣਾ ਬੇਅਰਥ ਮੰਨਿਆ। ਸੰਸਾਰ ਵਿੱਚ ਜਿਸ ਮਨੁੱਖ ਨੂੰ ਸੋਝੀ ਨਹੀਂ, ਉਹਨੂੰ ਦਾਨਿਆਂ ਨੇ ਸਿਆਣਿਆਂ ਨੇ ਪਸ਼ੂ ਤੁੱਲ ਮੰਨਿਆ। ਪਸ਼ੂ ਤੁੱਲ ਵੀ ਐਸਾ, ਪਸ਼ੂ ਨੂੰ ਗੁਰਬਾਣੀ ਦੇ ਵਿੱਚ ਵਡਿਆਈ ਬਖਸ਼ੀ ਹੈ। ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੈ ਅੰਮ੍ਰਿਤ ਦੇ। ਨਾਮ ਵਿਹੂਣੇ ਆਦਮੀ, ਧ੍ਰਿਗ ਜੀਵਨ ਕਰਮ ਕਰੇ। ਐਸੇ ਮਨੁੱਖ ਸੰਸਾਰ ਵਿੱਚ ਜਿਹੜੇ ਨਾਮ ਤੋਂ ਵਿਹੂਣੇ ਆ, ਜਿਨ੍ਹਾਂ ਨੇ ਮਨੁੱਖ ਜਨਮ ਦੀ ਸੋਝੀ ਨਹੀਂ। ਸਰੀਰ ਮਨੁੱਖਾਂ ਵਾਲਾ ਮਿਲ ਗਿਆ, ਪਰ ਕਰਮ ਮਨੁੱਖਾਂ ਵਾਲੇ ਨਹੀਂ ਹਨ। ਸੰਸਾਰ ਵਿੱਚ ਵਿਚਰਦੇ ਮਨੁੱਖਾਂ ਵਾਂਗੂ ਨੇ, ਦੇਖਣ ਨੂੰ ਪਹਿਨੇ ਹੋਏ ਕੱਪੜੇ ਮਨੁੱਖਾਂ ਵਾਲੇ ਆ, ਪਰ ਉਹਨਾਂ ਦਾ ਜਿਹੜਾ ਵਿਵਹਾਰ ਹੈ ਸੰਸਾਰ ਦੇ ਵਿੱਚ, ਉਹ ਪਸ਼ੂਆਂ ਨਾਲੋਂ ਵੀ ਬੱਤਰ ਹੈ। ਪਸ਼ੂ ਨੂੰ ਤਾਂ ਸਤਿਗੁਰੂ ਜੀ ਕਹਿੰਦੇ, ਜਦੋਂ ਖੜ ਖਾਵੈ ਸੁੱਕਾ ਭੋਜਨ ਤੂੜੀ ਆਦਿਕ ਖਾ ਕੇ ਅੰਮ੍ਰਿਤ ਦੇ, ਅੰਮ੍ਰਿਤ ਸਰੀਖਾ ਦੁੱਧ ਦਿੰਦੇ ਆ। ਖੁਸ਼ ਹੋ ਕੇ, ਪ੍ਰਸੰਨ ਹੋ ਕੇ ਪਸ਼ੂ ਦਾ ਮਾਲਕ ਉਹਨੂੰ ਥਾਪੀ ਦਿੰਦਾ ਹੈ। ਉਹ ਜਿਹੜਾ ਕਰਮ ਹੁੰਦਾ ਹੈ, ਆਪਣਾ ਕਰਮ, ਆਪਣਾ ਕੰਮ ਪੂਰਾ ਕਰਦੇ ਆ, ਕਿਰਤ ਕਰਦੇ ਆ, ਆਪਣਾ ਕਰਮ ਕਰਕੇ ਖਾਂਦੇ ਆ। ਜਿਸ ਜੂਨੀ ਦੇ ਵਿੱਚ ਪਸ਼ੂ ਹੁੰਦਾ ਹੈ ਜਾਂ ਪੰਛੀ ਹੁੰਦਾ ਹੈ, ਉਹ ਉਸੇ ਜੂਨੀ ਅਨੁਸਾਰ ਹੀ ਵਿਵਹਾਰ ਕਰਦਾ ਹੈ। ਜੇ ਮੱਝ ਹੈ, ਗਾਂ ਹੈ, ਉਹ ਹਮੇਸ਼ਾ ਖੜ ਖਾਵੈ ਅੰਮ੍ਰਿਤ ਦੇ। ਤੂੜੀ ਆਦਿਕ ਨੀਰਾ ਚਾਰਾ ਪੱਠੇ ਖਾਂਦੇ ਆ। ਪਰ ਮਨੁੱਖ ਦਾ ਸੁਭਾਅ ਐਸਾ, ਬਿਨ ਬੂਝੇ, ਬਿਨਾ ਸਮਝ ਤੋਂ, ਬਿਨਾ ਗਿਆਨ ਤੋਂ, ਅਗਿਆਨਤਾ ਦੇ ਵਸ ਹੋ ਕੇ ਮਨੁੱਖ ਆਪਣਾ ਖਾਣਾ ਛੱਡ ਕੇ ਹੋਰ ਖਾਣਾ ਖੁਸ਼ੀ ਖੁਆਰ, ਹੋਰ ਖਾਣੇ ਖਾਂਦਾ ਹੈ। ਹੋਰ ਖਾਣੇ ਤੋਂ ਭਾਵ ਜਿਹੜੇ ਮਨੁੱਖਾ ਜਨਮ ਦੇ ਲਈ ਪ੍ਰਵਾਨਿਤ ਖਾਣੇ ਨੇ, ਧਰਮ ਦੇ ਅਨੁਸਾਰ ਸਤੋਗੁਣੀ ਭੋਜਨ ਨੇ, ਉਹਨਾਂ ਨੂੰ ਛੱਡ ਕੇ ਤਮੋਗੁਣੀ ਭੋਜਨ ਖਾਂਦਾ ਹੈ, ਨਸ਼ੇ ਕਰਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬਿਨ ਬੂਝੇ ਸਭ ਦੁੱਖ, ਦੁੱਖ ਕਮਾਵਣਾ ਫਿਰ ਦੁਖੀ ਹੁੰਦਾ ਹੈ। ਦੁੱਖ ਹੀ ਕਮਾਉਂਦਾ ਹੈ, ਦੁੱਖ ਹੀ ਪੱਲੇ ਪੈਂਦਾ ਹੈ। ਕੱਲਾ ਖਾਣਾ ਹੀ ਨਹੀਂ, ਪੀਣਾ ਵੀ ਮਨੁੱਖ ਦਾ ਪਸ਼ੂਆਂ ਨਾਲੋਂ ਵੀ ਬੱਤਰ। ਪਸ਼ੂ ਆਪਣੇ ਜੀਵਨ ਅਨੁਸਾਰ ਪਾਣੀ ਆਦਿਕ ਪੀਂਦਾ ਹੈ, ਪਰ ਮਨੁੱਖ ਐਸੀਆਂ ਐਸੀਆਂ ਵਸਤੂਆਂ ਜਿਹੜੀਆਂ ਵਿਵਰਜਿਤ ਨੇ, ਜਿਨ੍ਹਾਂ ਨੂੰ ਜਿਤ ਪੀਤਾ ਮਤ ਦੂਰ ਹੋਏ। ਬਰਲ ਪਵੈ ਵਿੱਚ ਆਏ, ਬਾਣੀ ਕਹਿੰਦੀ ਜਿਹਨੂੰ ਪੀਣ ਦੇ ਨਾਲ ਮਤ ਚਲੀ ਜਾਂਦੀ ਆ, ਮਤ ਖਤਮ ਹੋ ਜਾਂਦੀ ਹੈ, ਆਪਣੇ ਪਰਾਏ ਦੀ ਸੋਝੀ ਨਹੀਂ ਰਹਿੰਦੀ। ਐਸੇ ਸ਼ਰਾਬ ਆਦਿਕ ਨਸ਼ੇ ਵਰਤਦਾ ਮਨੁੱਖ ਨਸ਼ਿਆਂ 'ਚ ਗਲਤਾਨ ਹੋ ਕੇ ਆਪਣਾ ਜੀਵਨ ਬਰਬਾਦ ਕਰ ਲੈਂਦਾ ਹੈ। ਦੁੱਖ ਹੀ ਪੱਲੇ ਪੈਂਦਾ ਹੈ। ਦੁੱਖ ਦੇ ਵਿੱਚ ਆਪ ਦੁਖੀ ਹੁੰਦਾ ਹੈ ਤੇ ਪਰਿਵਾਰ ਨੂੰ ਵੀ ਦੁਖੀ ਕਰਦਾ ਹੈ। ਆਪਣਾ ਜੀਵਨ ਬੇਅਰਥ ਗਵਾ ਲੈਂਦਾ ਹੈ। ਬਿਨਾਂ ਗਿਆਨ ਤੋਂ, ਬਿਨਾਂ ਸੋਝੀ ਤੋਂ ਵੀ ਮੈਂ ਆਇਆ ਕਿਸ ਲਈ ਆ। ਭਗਤ ਕਬੀਰ ਜੀ ਨੇ ਕਿਹਾ ਵੀ ਜਿਵੇਂ ਕੌਡੀ ਦੇ ਬਦਲੇ ਕਿਸੇ ਸਾਧੂ ਨੇ ਆਪਣਾ ਰਤਨ ਗਵਾ ਲਿਆ ਸੀ, ਇਵੇਂ ਮਨੁੱਖ ਕੌਡੀਆਂ ਦੇ ਭਾਅ ਆਪਣਾ ਜੀਵਨ ਬੇਅਰਥ ਗਵਾ ਰਿਹਾ। ਇੰਨੇ ਅਮੋਲਕ ਸਵਾਸ ਬੇਅਰਥ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਗਵਾ ਰਿਹਾ। ਦੁੱਖ ਬੀਜ ਰਿਹਾ ਤੇ ਦੁੱਖ ਹੀ ਕਮਾ ਰਿਹਾ। ਜਿਹੜਾ ਕੰਮ ਕਰੂ, ਜਿਹੋ ਜਿਹੀ ਕਿਰਤ ਕਰਦਾ, ਉਹੋ ਜਿਹੀ ਤਨਖਾਹ ਮਿਲਣੀ ਹੈ ਨਾ। ਜੇ ਕੋਈ ਮਨੁੱਖ ਚਪੜਾਸੀ ਲੱਗਿਆ, 4th ਕਲਾਸ ਦੇ ਵਿੱਚ ਹੈ, ਤਾਂ 4th ਕਲਾਸ ਦੇ ਗ੍ਰੇਡ ਵੱਖਰੇ ਆ, 3rd ਕਲਾਸ ਦੇ ਵੱਖਰੇ ਆ, 2nd ਕਲਾਸ ਦੇ ਵੱਖਰੇ ਆ, 1st ਕਲਾਸ ਦੇ ਵੱਖਰੇ ਆ। ਉਹੋ ਜਿਹੀ ਤਨਖਾਹ ਮਿਲਦੀ ਹੈ ਜਿਹੋ ਜਿਹਾ ਮਨੁੱਖ ਕੰਮ ਕਰਦਾ ਹੈ। ਇਸੇ ਤਰ੍ਹਾਂ ਮਨੁੱਖ ਜਿਹੋ ਜਿਹੇ ਕਰਮ ਕਰਦਾ ਜੀਵਨ ਦੇ ਵਿੱਚ, ਉਹੋ ਜਿਹੇ ਫਿਰ ਉਹਨੂੰ ਫਲ ਮਿਲਦੇ ਆ। ਕਈ ਮਨੁੱਖ ਨਖਿੱਧ ਕਰਮ ਕਰਦੇ ਆ, ਉਹਨਾਂ ਨੂੰ ਦੁੱਖ ਹੀ ਪੱਲੇ ਪੈਂਦਾ।
ਕਈ ਐਸੇ ਉੱਤਮ ਕਰਮ ਕਰਨ ਵਾਲੇ ਆ ਜੀਵਨ ਦੇ ਵਿੱਚ, ਉਹਨਾਂ ਨੂੰ ਸੁੱਖ ਪੱਲੇ ਪੈਂਦਾ ਹੈ। ਕਈ ਐਸੇ ਨੇ ਨਾਮ ਦਾ ਬੀਜ ਬੀਜਦੇ ਆ, ਉਹ ਗੁਰਮੁਖ ਲਾਹਾ ਲੈ ਜਾਂਦੇ ਆ, ਉਹ ਜਨਮ ਸਵਾਰ ਜਾਂਦੇ ਆ। ਤੇ ਜਿਹੜੇ ਬਿਨਾਂ ਸੋਝੀ ਤੋਂ ਬਿਨਾਂ ਗਿਆਨ ਤੋਂ ਸੰਸਾਰ 'ਚ ਵਿਚਰਦੇ ਆ, ਉਹਨਾਂ ਨੂੰ ਤਾਂ ਤੁਲਸੀ ਜੀ ਨੇ ਲਿਖਿਆ ਵੀ ਉਹਨਾਂ ਦਾ ਜੀਵਨ ਤਾਂ ਐਸਾ ਹੈ, ਪਸ਼ੂਆਂ ਨਾਲੋਂ ਵੀ ਬੱਤਰ ਆ। ਪਸ਼ੂਆਂ ਨੂੰ ਤਾਂ ਸ਼ਿੰਗਾਰ ਲਈ ਪਰਮੇਸ਼ਰ ਵਾਹਿਗੁਰੂ ਨੇ ਸਿੰਘ ਦਿੱਤੇ ਆ, ਪੂਛ ਦਿੱਤੀ ਹੈ। ਜਦੋਂ ਕੋਈ ਮੱਝ ਖਰੀਦਣ ਜਾਂਦਾ ਹੈ, ਉਹ ਵੇਖਦਾ ਹੈ ਵੀ ਇਹਦੇ ਸਿੰਘ ਕਿਹੋ ਜਿਹੇ ਨੇ, ਇਹਦੀ ਪੂਛ ਕਿਹੋ ਜਿਹੀ ਹੈ। ਜੇ ਕਿਸੇ ਪਸ਼ੂ ਦੀ ਪੂਛ ਵੱਡੀ ਹੋਵੇ, ਉਹਦਾ ਮੁੱਲ ਘਟ ਜਾਂਦਾ ਹੈ। ਸਿੰਘ ਟੁੱਟਿਆ ਹੋਵੇ, ਉਹਦਾ ਮੁੱਲ ਘਟ ਜਾਂਦਾ ਹੈ। ਉਹ ਪਸ਼ੂ ਦਾ ਸ਼ਿੰਗਾਰ ਨੇ। ਤੁਲਸੀ ਜੀ ਕਹਿਣ ਲੱਗੇ, ਕਹਿੰਦੇ ਮਨੁੱਖ ਦੇ ਕਰਮ ਪਸ਼ੂਆਂ ਨਾਲੋਂ ਵੀ ਮਾੜੇ। ਜੀਵਨ ਪਸ਼ੂਆਂ ਜੈਸਾ ਬਿਤਾਉਂਦਾ ਹੈ, ਪਰ ਪਸ਼ੂਆਂ ਤੋਂ ਵੀ ਨੀਵਾਂਗਾ, ਨੀਚ ਹੈ ਜਿਹੜਾ ਨਾਮ ਨਹੀਂ ਜਪਦਾ, ਜਿਹਨੂੰ ਗਿਆਨ ਨਹੀਂ ਹੈ, ਜਿਹਨੇ ਗੁਰੂ ਨਹੀਂ ਧਾਰਿਆ। ਇਹ ਤਾਂ ਬਿਨਾਂ ਪੂਛ ਤੋਂ ਬਿਨਾਂ ਸਿੰਘਾਂ ਤੋਂ ਪਸ਼ੂ ਹੈ, ਇਹਦਾ ਕੋਈ ਮੁੱਲ ਨਹੀਂ। ਨਾਮ ਵਿਹੂਣੇ ਆਦਮੀ ਧ੍ਰਿਗ ਜੀਵਨ, ਇਹਦੇ ਜਿਉਣ ਨੂੰ ਤਰਕਾਰ ਆ ਬਾਣੀ ਦਾ ਬਚਨ। ਜਿੰਨੇ ਕਰਮ ਕਰੇ, ਮਹਾਰਾਜ ਕਹਿੰਦੇ ਕਰਮ ਕਰਦਾ ਜ਼ਿੰਦਗੀ ਦੇ ਵਿੱਚ, ਉਹ ਵੀ ਤਰਕਾਰ ਜੋਗੀ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਦੁਆਰਾ ਮਨਮੁਖ ਦੀ ਬਿਰਤੀ, ਮਨਮੁਖ ਦਾ ਜੀਵਨ ਤੇ ਗੁਰਮੁਖ ਦਾ ਜੀਵਨ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆ। ਆਓ ਚਿੱਤ ਦੀਆਂ ਬਿਰਤੀਆਂ ਨੂੰ ਸ਼ਬਦ ਦੇ ਦੁਆਰਾ ਇਕਾਗਰ ਕਰੀਏ। ਸਾਰੀ ਸੰਗਤ ਚਿੱਤ ਨੂੰ ਇਕਾਗਰ ਕਰਨ ਲਈ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ। ਜਿਉ ਆਰਨ ਲੋਹਾ ਪਾਏ, ਭੰਨ ਕਢਾਈਆ। ਸੂਹੀ ਰਾਗਣੀ ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ। ਜਿਉ ਆਰਨ ਲੋਹਾ ਪਾਏ, ਆਰਨ ਨਾਮ ਭੱਠੀ ਦਾ। ਲੋਹਾਰ ਕੋਲ ਜਿਹੜੀ ਭੱਠੀ ਹੈ, ਉਹ ਭੱਠੀ ਦੇ ਵਿੱਚ ਲੋਹੇ ਨੂੰ ਤਪਾ ਕੇ, ਉਹਨੂੰ ਢਾਲ ਕੇ, ਗਰਮ ਕਰਕੇ ਸਾਂਚਿਆਂ 'ਚ ਪਾ ਕੇ, ਫਿਰ ਸਾਂਚਿਆਂ ਅਨੁਸਾਰ ਲੋਹਾਰ ਸ਼ਕਲ ਦਿੰਦਾ ਹੈ। ਤੇ ਜਿਹੜਾ ਲੋਹਾ ਪੁਰਾਣਾ ਹੋ ਜਾਵੇ, ਮਨੁੱਖ ਬੇਕਾਰ ਸਮਝ ਕੇ ਜੰਗਾਲਿਆ ਹੋਇਆ ਲੋਹਾ ਕਬਾੜੀ ਨੂੰ ਵੇਚ ਦਿੰਦਾ ਹੈ। ਉਹ ਕਬਾੜੀਏ ਤੋਂ ਫਿਰ ਅੱਗੇ ਜਿਹੜੇ ਲੋਹਾਰ ਨੇ ਉਹ ਖਰੀਦ ਲੈਂਦੇ ਆ। ਉਹ ਸਸਤਾ ਖਰੀਦ ਕੇ ਉਹ ਜੰਗਾਲੇ ਹੋਏ ਲੋਹੇ ਨੂੰ ਭੱਠੀ ਵਿੱਚ ਪਾ ਦਿੰਦੇ ਆ। ਭੱਠੀ 'ਚ ਪਾਇਆ ਹੋਇਆ ਲੋਹਾ ਪਿਘਲਦਾ, ਉਹਦੀ ਜਿਹੜੀ ਮੈਲ ਹੁੰਦੀ ਆ ਉਹ ਕੱਢ ਦਿੰਦੇ ਆ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜਾ ਪਾਪੀ ਹੈ, ਸਾਕਤ ਹੈ, ਨਿਗੁਰਾਗਾ, ਬੇਮੁਖ ਮਨੁੱਖ ਹੈ, ਜਿਉ ਆਰਨ ਲੋਹਾ ਪਾਏ, ਭੰਨ ਕਢਾਈ ਹੈ। ਜਿਵੇਂ ਕਹਿੰਦੇ ਲੋਹਾਰ ਭੱਠੀ ਵਿੱਚ ਜੰਗਾਲਿਆ ਹੋਇਆ ਮੈਲਾ ਲੋਹਾ ਪਾ ਕੇ ਉਹਦੇ ਵਿੱਚੋਂ ਮੈਲ ਕੱਢਦਾ ਹੈ, ਤੇ ਫਿਰ ਉਹਨੂੰ ਭੰਨ ਕੇ ਉਹਦੀਆਂ ਸ਼ਕਲਾਂ ਮੇਟ ਕੇ ਕਢਾਈਆਂ ਨਵੀਆਂ ਸ਼ਕਲਾਂ ਬਣਾਉਂਦਾ ਹੈ। ਤਿਉ ਸਾਕਤ ਜੋਨੀ ਪਾਏ, ਭਵੈ ਭਵਾਈਆ। ਇਸੇ ਤਰ੍ਹਾਂ ਪਰਮੇਸ਼ਰ ਦੇ ਹੁਕਮ ਵਿੱਚ ਜਿਹੜਾ ਧਰਮ ਰਾਜ ਹੈ, ਉਹ ਜਦੋਂ ਜੀਵ ਸਾਕਤ ਮਨੁੱਖ ਉਹਦੀ ਕਚਹਿਰੀ 'ਚ ਜਾਂਦਾ, ਉਹਦੇ ਕਰਮਾਂ ਨੂੰ ਵੇਖਦਾ ਹੈ। ਕਰਮਾਂ ਅਨੁਸਾਰ ਜੀਵ ਦਾ ਜਿਹੜਾ ਸਰੀਰ ਹੈ, ਉਹ ਉਮਰ ਪੂਰੀ ਹੋਣ ਤੇ ਉਹ ਭੰਨ ਮੇਟ ਦਿੰਦਾ ਹੈ। ਆਪਾਂ ਕਹਿੰਦੇ ਆ ਮਨੁੱਖ ਚੜ੍ਹਾਈ ਕਰ ਗਿਆ, ਚੰਗਾ ਭਲਾ ਸੀ, ਹੁਣੇ ਤਾਂ ਮੈਂ ਮਿਲਿਆ ਸੀ, ਹਜੇ ਕੱਲ ਤਾਂ ਮੈਨੂੰ ਮਿਲਿਆ ਸੀ, ਚੰਗਾ ਭਲਾ ਰੋਟੀ ਖਾਂਦਾ ਸੀ, ਚੰਗਾ ਭਲਾ ਗੱਲਾਂ ਕਰਦਾ ਸੀ। ਜਦੋਂ ਪਤਾ ਲੱਗਦਾ ਵੀ ਫਲਾਨਾ ਚੜ੍ਹਾਈ ਕਰਦਾ, ਹੈਰਾਨ ਹੁੰਦਾ ਮਨੁੱਖ ਵੀ ਉਹ ਕਿਵੇਂ ਚੜ੍ਹਾਈ ਕਰ ਗਿਆ, ਉਹ ਤਾਂ ਨੌਜਵਾਨ, ਉਹ ਤਾਂ ਬਿਲਕੁਲ ਠੀਕ ਸੀ। ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਦੀ ਦਰਗਾਹ ਵਿੱਚ ਉਹਦੇ ਕਰਮਾਂ ਨੂੰ ਵੇਖਿਆ ਜਾਂਦਾ ਹੈ। ਜਦੋਂ ਕਰਮਾਂ ਅਨੁਸਾਰ ਉਹਦਾ ਸਮਾਂ ਪੂਰਾ ਹੋ ਜਾਂਦਾ ਹੈ,
ਤਾਂ ਧਰਮਰਾਜ ਭੰਨ ਉਹਦੇ ਸਰੀਰ ਨੂੰ ਭੰਨ ਦਿੰਦਾ, ਮੇਟ ਦਿੰਦਾ। ਕਰਮਾਂ ਅਨੁਸਾਰ ਜਿਵੇਂ ਲੋਹਾਰ ਭੱਠੀ ਵਿੱਚ ਪਾ ਕੇ ਮੈਲ ਕੱਢਦਾ ਹੈ, ਐਵੇਂ ਹੀ ਫਿਰ ਜਿਹੜਾ ਧਰਮਰਾਜ ਆ ਉਹਨੂੰ ਜੂਨਾਂ 'ਚ ਪਾਉਂਦਾ। ਜਿਹੋ ਜੇ ਕਰਮ ਕੀਤੇ ਹੈ ਉਹੋ ਜੇ ਅੱਗੇ ਫਿਰ ਜਨਮ ਭੋਗਣੇ ਪੈਂਦੇ ਆ। ਜਿਹੜਾ ਬੇਮੁਖ ਮਨੁੱਖ ਹੈ ਉਹਨੂੰ ਕਈ ਜਨਮਾਂ ਵਿੱਚ ਭਰਮਣਾ ਪੈਂਦਾ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਪਾਵਨ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ, ਭਾਈ ਤੁਸੀਂ ਵਿਵੇਕੀਆਂ ਨੂੰ, ਗਿਆਨਵਾਨ ਪੁਰਖਾਂ ਨੂੰ ਪੁੱਛ ਲਓ, ਸਤਿਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਕਿੱਥੇ ਮਿਲਦੀ ਹੈ ਮੁਕਤੀ? ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਅਨੇਕ ਜੂਨੀ ਭਰਮ ਆਵੈ, ਅਨੇਕਾਂ ਜੂਨਾਂ ਦੇ ਸਰੀਰ ਘੜਦਾ ਧਰਮਰਾਜ। ਪਰਮੇਸ਼ਰ ਦੇ ਹੁਕਮ ਵਿੱਚ ਜੂਨਾਂ 'ਚ ਪਾਉਂਦਾ ਰੂਹ ਨੂੰ। ਉਹ ਜੂਨਾਂ ਬਾਣੀ ਦੇ ਵਿੱਚ ਕਈਆਂ ਨੇ ਭਗਤ ਜੀ ਕਹਿੰਦੇ, ਐਸੇ ਘਰ ਹਮ ਬਹੁਤ ਬਸਾਏ। ਪਾਵਨ ਬਾਣੀ ਕਹਿੰਦੀ, ਕਈ ਜਨਮ ਭਏ ਕੀਟ ਪਤੰਗਾ, ਕੀੜੀਆਂ ਦੀਆਂ ਜੋਨਾਂ ਭੋਗੀਆਂ। ਜਦੋਂ ਸਤਿਗੁਰੂ ਮਹਾਰਾਜ ਬੰਦੇ ਬਹਾਦਰ ਨੂੰ ਤਾਰਨ ਗਏ ਹਜੂਰ ਸਾਹਿਬ ਨਾਂਦੇੜ ਜਾਂਦੇ ਆ, ਮਹਾਰਾਜ ਨੇ ਮਾਧੋ ਦਾਸ ਵੈਰਾਗੀ ਨੂੰ ਥਾਪੜਾ ਦੇ ਕੇ ਬੰਦਾ ਬਹਾਦਰ ਬਣਾਇਆ। ਬਹਾਦਰ ਦਾ ਖਿਤਾਬ ਦੇ ਕੇ ਥਾਪੜਾ ਦਿੱਤਾ, ਸਰਹੰਦ ਵੱਲ ਤੋਰਿਆ। ਉੱਥੇ ਇਤਿਹਾਸ ਵਿੱਚ ਜ਼ਿਕਰ ਆਉਂਦਾ, ਜਦੋਂ ਮਾਧੋ ਦਾਸ ਵੈਰਾਗੀ ਮਹਾਰਾਜ ਦੇ ਚਰਨੀ ਪੈਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਤੇਰਾ ਗੁਰੂ ਕੌਣ ਹੈ? ਤਾਂ ਉਹਨੇ ਦੱਸਿਆ, ਮੇਰਾ ਗੁਰੂ ਜੀ ਔਗੜਨਾਥ ਹੈ। ਮਹਾਰਾਜ ਕਹਿਣ ਲੱਗੇ, ਫਿਰ ਤੇਰਾ ਜਿਹੜਾ ਗੁਰੂ ਹੈ ਜਿਹਦਾ ਤੂੰ ਧਿਆਨ ਕਰਦਾ, ਤੈਨੂੰ ਪਤਾ ਕਿੱਥੇ ਹੈ? ਕਹਿੰਦਾ, ਜੀ ਮੇਰਾ ਗੁਰੂ ਬੜਾ ਸਿੱਧੀ ਵਾਲਾ ਸੀ, ਬੜਾ ਕਮਾਈ ਵਾਲਾ ਸੀ, ਬੜੀ ਯੋਗ ਸਾਧਨਾ ਕੀਤੀ ਸੀ, ਉਹ ਤਾਂ ਕਿਤੇ ਸਵਰਗਾਂ 'ਚ ਹੋਵੇਗਾ। ਮਹਾਰਾਜ ਕਹਿੰਦੇ, ਜੇ ਤੈਨੂੰ ਵਿਖਾ ਦਈਏ ਤੇਰਾ ਗੁਰੂ? ਕਹਿੰਦਾ, ਮਹਾਰਾਜ ਕਰਾਓ ਦਰਸ਼ਨ। ਮਹਾਰਾਜ ਕਹਿੰਦੇ, ਤੇਰੇ ਬਾਗ ਦੇ ਵਿੱਚ ਹੀ ਉਹ ਸਾਹਮਣੇ ਦਰਖਤ ਆ, ਉਹ ਫਲ ਜਿਹੜਾ ਮਹਾਰਾਜ ਕਹਿੰਦੇ ਲਮਕ ਰਿਹਾ ਟਾਹਣੀ ਨਾਲ, ਉਹਨੂੰ ਤੋੜ ਕੇ ਲਿਆ। ਜਦੋਂ ਤੋੜ ਕੇ ਲਿਆਇਆ ਮਾਧੋ ਦਾਸ ਵੈਰਾਗੀ, ਫਲ ਮਹਾਰਾਜ ਨੇ ਚਿਰਵਾਇਆ, ਵਿੱਚ ਇੱਕ ਕਿਰਮ ਹੈ, ਕੀੜਾ ਗਾ, ਕੁਰਬਲ ਕੁਰਬਲ ਕਰ ਰਿਹਾ। ਮਹਾਰਾਜ ਨੇ ਸਤਨਾਮ ਕਹਿ ਕੇ ਜਲ ਦਾ ਛਿੱਟਾ ਦਵਾਇਆ, ਉਹਦੀ ਰੂਹ ਪ੍ਰਗਟ ਹੋਈ ਹੈ। ਸਿੱਖ ਇਤਿਹਾਸ ਕਹਿੰਦਾ, ਮਹਾਰਾਜ ਨੇ ਦਿਖਾ ਦਿੱਤਾ, ਮਾਧੋ ਦਾਸ ਆ ਵੇਖ ਤੇਰਾ ਗੁਰੂ ਕੀੜੇ ਦੀ ਜੂਨ ਵਿੱਚ ਪਿਆ ਹੋਇਆ। ਸੰਗਤ ਜੀ, ਕਈ ਜਨਮ ਭਏ ਕੀਟ ਪਤੰਗਾ, ਪਤੰਗਿਆਂ ਦੀਆਂ ਜੂਨਾਂ। ਕਈ ਜਨਮ ਗਜ ਮੀਨ ਕੁਰੰਗਾ, ਗਜ ਨਾਮ ਹਾਥੀ ਦਾ, ਮੀਨ ਨਾਮ ਮੱਛੀ ਦਾ, ਕੁਰੰਗਾ ਹਿਰਨ ਆਦਿਕ, ਮਿਰਗ ਆਦਿਕ, ਇਹ ਜੂਨਾਂ ਭੋਗਣੀਆਂ। ਕਈ ਜਨਮ ਪੰਖੀ ਸਰਪ ਹੋਏ ਹੋ, ਪੰਛੀਆਂ ਦੀਆਂ ਜੂਨਾਂ। ਜਦੋਂ ਬਠਿੰਡੇ ਤੋਂ ਆਪਾਂ ਅੱਗੇ ਜਾਂਦੇ ਆ, ਇੱਕ ਪਿੰਡ ਕਾਲ ਝਰਾਣੀ ਆਉਂਦਾ ਹੈ, ਉੱਥੇ ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕੌਤਕ ਵਰਤਾਇਆ। ਜਦੋਂ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਵਿਚਰਦਿਆਂ ਹੋਇਆਂ ਕੌਤਕ ਕਰ ਰਹੇ ਨੇ ਮਹਾਰਾਜ ਮਾਲਵੇ ਦੀ ਧਰਤੀ ਤੇ, ਉੱਥੇ ਦਰਖਤ ਦੇ ਉੱਪਰ ਕਾਂ ਦੇ ਬੱਚੇ ਨੇ। ਮਹਾਰਾਜ ਨੇ ਭਾਈ ਮਾਨ ਸਿੰਘ ਨੂੰ ਕਿਹਾ, ਭਾਈ ਮਾਨ ਸਿੰਘ ਆ ਦਰਖਤ ਤੇ ਚੜ੍ਹ ਕੇ ਆਲਣੇ ਵਿੱਚ ਵੇਖ, ਕਾਂ ਦੇ ਬੱਚੇ ਦਿੱਤੇ ਆ, ਉਹਨਾਂ 'ਚੋਂ ਇੱਕ ਬੱਚਾ ਤੇਰੇ ਵੱਲ ਧੌਣ ਕਰਕੇ ਆਵੇਗਾ, ਉਹਦੀ ਗਰਦਨ ਮਰੋੜ ਦੇ। ਭਾਈ ਮਾਨ ਸਿੰਘ ਨੇ ਸਤਿਗੁਰੂ ਦਾ ਹੁਕਮ ਮੰਨ ਕੇ, ਇਤਿਹਾਸ ਵਿੱਚ ਬੜਾ ਵਿਸਥਾਰ ਦਾ ਪ੍ਰਸੰਗ ਆ, ਮੈਂ ਸੰਖੇਪ ਬੇਨਤੀ ਕੀਤਾ ਕਰਾਂ, ਉਹ ਬੱਚੇ ਨੂੰ ਭਾਈ ਮਾਨ ਸਿੰਘ ਨੇ ਮਾਰ ਦਿੱਤਾ। ਮਹਾਰਾਜ ਨੂੰ ਭਾਈ ਮਾਨ ਸਿੰਘ ਤੇ ਸਿੰਘ ਪੁੱਛਣ ਲੱਗੇ, ਮਹਾਰਾਜ ਇਹ ਤਾਂ ਹਜੇ ਨਵਜਾਤ ਬੱਚਾ ਸੀ, ਇਹਦਾ ਕੀ ਕਸੂਰ ਸੀ? ਜਿਵੇਂ ਅਕਸਰ ਸਾਡੇ ਮਨ 'ਚ ਆ ਜਾਂਦਾ। ਮਹਾਰਾਜ ਕਹਿਣ ਲੱਗੇ, ਭਾਈ ਮਾਨ ਸਿੰਘ ਇਹ ਸਾਡੇ ਦਰ ਦਾ ਆਨੰਦਪੁਰ ਲਾਂਗਰੀ ਰਿਹਾ। ਜਦੋਂ ਸੰਗਤ ਪੰਗਤ ਵਿੱਚ ਬੈਠਦੀ ਸੀ,
ਪੰਗਤ ਦੇ ਵਿੱਚ ਸੰਗਤ ਨੂੰ ਭੋਜਨ ਵਰਤਾਉਂਦਿਆਂ ਹੋਇਆਂ ਇਹ ਬੜਾ ਕੌੜੇ ਬਚਨ ਬੋਲਿਆ ਕਰਦਾ ਸੀ। ਇੱਕ ਦਿਨ ਕੋਈ ਕਮਾਈ ਵਾਲਾ ਗੁਰਮੁਖ ਸੀ, ਉਹਨੇ ਛੇਤੀ ਨਾਲੇ ਤੋਂ ਭੋਜਨ ਮੰਗਿਆ। ਇਹਨੇ ਅੱਗੋਂ ਕਹਿ ਦਿੱਤਾ ਵੀ ਕਿਉਂ ਕਾਂ ਕਾਂ ਕਰੀ ਜਾਣਾ ਹੈ। ਉਹ ਗੁਰਮੁਖ ਰੂਹ ਦੀ ਸੁਰਤ ਜੁੜੀ ਹੋਈ ਸੀ, ਉਹ ਕਹਿਣ ਲੱਗਿਆ ਮੈਂ ਕਿਉਂ ਕਾਂ ਬਣਾ, ਤੂੰ ਹੀ ਕਿਉਂ ਨਾ ਕਾਂ ਦੀ ਜੂਨ ਚ ਪਵੇਂ। ਉਹਦਾ ਬਚਨ ਪੂਰਾ ਹੋਇਆ ਹੈ, ਇਹ ਕਾਂ ਦੀ ਜੂਨ ਚ ਪਿਆ ਹੈ, ਪਰ ਸਾਡੇ ਦਰ ਦਾ ਸੇਵਕ ਹੋਣ ਕਰਕੇ ਸਾਨੂੰ ਲਾਜ ਹੈ, ਅਸੀਂ ਜਨਮ ਲੈਂਦਿਆਂ ਸਾਰੀ ਇਹਨੂੰ ਮੁਕਤ ਕਰ ਦਿੱਤਾ। ਫਿਰ ਮੁਕਤ ਪਾਏ ਲਾਗ ਚਰਨੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਦੇ ਦਰ ਤੋਂ ਜਿਹੜੇ ਬੇਮੁਖ ਨੇ, ਜਿਹੜੇ ਸਾਕਤ ਪੁਰਖ ਨੇ, ਜਿਹੜੇ ਨਿਗੁਰੇ ਹਨ, ਤਿਉ ਸਾਕਤ ਜੋਨੀ ਪਾਏ ਭਵੈ ਭਵਾਈਐ, ਉਹਨਾਂ ਨੂੰ ਇਉਂ ਪਰਮੇਸ਼ਰ ਵਾਹਿਗੁਰੂ ਸਾਕਤਾਂ ਨੂੰ ਨਿਗੁਰਿਆਂ ਨੂੰ ਜੂਨਾਂ ਚ ਭਰਮਾਉਂਦਾ ਹੈ। ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ। ਜਿੰਨਾ ਚਿਰ ਗੁਰੂ ਤੋਂ ਬੂਝੇ ਸਿੱਖਿਆ ਨਹੀਂ ਪੁੱਛਦੇ, ਗੁਰੂ ਤੋਂ ਸ਼ਬਦ ਦੀ ਸਿੱਖਿਆ ਨਹੀਂ ਲੈਂਦੇ, ਗੁਰਮਤ ਨਹੀਂ ਧਾਰਦੇ, ਉਹਨਾਂ ਚਿਰ ਬਿਨ ਬੂਝੇ ਬੇਸਮਝਿਆਂ ਅਗਿਆਨੀ ਹਾਂ। ਭੂਲ ਗਇਓ ਅਗਿਆਨ ਤੇ ਆਪਣੋ ਆਤਮ ਰੂਪ। ਅਗਿਆਨ ਕਰਕੇ ਆਪਣਾ ਆਤਮ ਸਰੂਪ ਭੁੱਲ ਗਏ। ਭੁੱਲ ਕੇ ਹੋਇਆ ਕਿ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਚਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਸਾਡੀ ਉਹ ਦਸ਼ਾ ਹੈ। ਭਗਤ ਜੀ ਕਹਿੰਦੇ ਜਿਵੇਂ ਕੋਈ ਰਾਜਾ ਸੌਂ ਗਿਆ ਤੇ ਸੁੱਤੇ ਪਏ ਨੂੰ ਸੁਪਨਾ ਆਇਆ ਵੀ ਮੈਂ ਤਾਂ ਭਿਖਾਰੀ ਆ, ਪਰ ਜਦੋਂ ਜਾਗਿਆ ਹੀ ਜਾਗਦੇ ਨੇ ਵੇਖਿਆ ਵੀ ਮੈਂ ਤਾਂ ਸਿੰਘਾਸਨ ਤੇ ਪਿਆ। ਐਵੇਂ ਅਸੀਂ ਅਵਿਦਿਆ ਦੀ ਨੀਂਦ ਵਿੱਚ, ਅਗਿਆਨਤਾ ਦੇ ਵਿੱਚ ਅਸੀਂ ਸੁੱਤੇ ਹੋਏ ਹਾਂ। ਸਾਨੂੰ ਸੋਝੀ ਨਹੀਂ ਹੈ ਵੀ ਕਹੋ ਕਬੀਰ ਇਹੋ ਰਾਮ ਕੀ ਅੰਸ਼, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਾਨੂੰ ਸੋਝੀ ਨਹੀਂ ਹੈ ਵੀ ਅਸੀਂ ਪਰਮੇਸ਼ਰ ਦੀ ਅੰਸ਼ ਹਾਂ। ਸਾਨੂੰ ਸੋਝੀ ਨਹੀਂ ਹੈ ਕਿੱਡੀਆਂ ਬਖਸ਼ਿਸ਼ਾਂ, ਕਿੱਡੀਆਂ ਰਹਿਮਤਾਂ ਵਰਤਦੀਆਂ ਨੇ ਜਿਹੜਾ ਗਿਆਨਵਾਨ ਪੁਰਖ ਹੈ। ਅਗਿਆਨ ਦੇ ਵਿੱਚ ਹੋ ਕਰਕੇ ਜਿਹੜੇ ਕਰਮ ਕਰਦਾ ਫਿਰ ਉਹਨਾਂ ਕਰਕੇ ਦੁਖੀ ਹੁੰਦਾ ਹੈ। ਕਾਮ ਕਰਕੇ, ਕ੍ਰੋਧ ਕਰਕੇ, ਲੋਭ ਕਰਕੇ, ਮੋਹ ਕਰਕੇ ਜਿਹੜੇ ਕਰਮ ਕਰਦਾ ਸਾਕਤ ਪੁਰਖ, ਸਾਕਤ ਹਰ ਰਸ ਸਾਧ ਨਾ ਜਾਣਿਆ, ਤੇਰੇ ਅੰਤਰ ਹਉਮੈ ਕੰਡਾ ਹੈ। ਸਾਕਤ ਅਗਿਆਨੀ ਜੇ ਸੇਵਾ ਵੀ ਕਰਦਾ ਨਾ ਤਾਂ ਹਉਮੈ ਦਾ ਕੰਡਾ ਚੁਭਦਾ ਉਹਦੇ। ਜੇ ਨਾਮ ਵੀ ਜਪਣ ਲੱਗ ਜਾਂਦਾ ਸਾਕਤ ਬੰਦਾ ਤਾਂ ਹਉਮੈ ਦਾ ਕੰਡਾ ਚੁਭਦਾ ਹੈ, ਉਹਨੂੰ ਨਾਮ ਰਸ ਨਹੀਂ ਆਉਂਦਾ, ਉਹ ਲਾਹਾ ਨਹੀਂ ਲੈ ਸਕਦਾ। ਜੇ ਸੰਗਤ ਵਿੱਚ ਵੀ ਆ ਗਿਆ ਇੱਥੇ ਵੀ ਹਉਮੈ ਵਿਖਾਵੇਗਾ ਆਪਣੀ, ਕਿਸੇ ਨੂੰ ਉਹਦੇ ਦਾ ਹੰਕਾਰ, ਕਿਸੇ ਨੂੰ ਜਾਤੀ ਦਾ ਹੰਕਾਰ, ਕਿਸੇ ਨੂੰ ਮਾਇਆ ਦਾ ਹੰਕਾਰ। ਹੰਕਾਰ ਦਾ ਕੰਡਾ ਐਸਾ ਚੁਭਦਾ ਹੈ, ਸਾਕਤ ਹਰ ਰਸ ਸਾਧ ਨਾ ਜਾਣਿਆ, ਤੇਨੇ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚਲਹੇ ਜ਼ਿੰਦਗੀ ਦੇ ਵਿੱਚ, ਜਿਉਂ ਜਿਉਂ ਚੱਲਦਾ ਹੈ, ਜਿਉਂ ਜਿਉਂ ਕੰਮ ਕਰਦਾ ਹੈ, ਚੁਭਾ ਦੁੱਖ ਪਾਵੈ, ਤਿਉਂ ਤਿਉਂ ਹਉਮੈ ਦਾ ਕੰਡਾ ਚੁਭਦਾ। ਜਿਵੇਂ ਪੈਰ 'ਚ ਕੰਡਾ ਵੱਜਿਆ ਹੋਵੇ, ਬੰਦਾ ਪੈਰ ਅੱਗੇ ਪੁੱਟਦਾ ਹੈ, ਜਦੋਂ ਧਰਤੀ ਤੇ ਪੈਰ ਰੱਖਦਾ ਕੰਡਾ ਚੁਭਦਾ ਤੇ ਦੁਖੀ ਹੁੰਦਾ। ਐਵੇਂ ਹੀ ਹਉਮੈ ਦੇ ਵਿੱਚ ਕੀਤੇ ਹੋਏ ਜਿਹੜੇ ਕਰਮ ਨੇ ਉਹ ਦੁੱਖ ਦਾ ਕਾਰਨ ਬਣ ਜਾਂਦੇ ਆ। ਦੁੱਖ ਇੱਕ ਬੜਾ ਵਿਆਪਕ ਰੋਗ ਮੰਨਿਆ ਸੰਗਤ ਜੀ। ਦੁੱਖ ਤੋਂ ਹਰ ਕੋਈ ਦੁਖੀ ਹੈ, ਹਰ ਕੋਈ ਅਰਦਾਸਾਂ ਕਰਦਾ ਤੇ ਕਰਾਉਂਦਾ ਹੈ ਵੀ ਦੁੱਖ ਤੋਂ ਖਹਿੜਾ ਸੁੱਕ ਜਾਵੇ, ਛੁੱਟ ਜਾਵੇ। ਮਹਾਰਾਜ ਕਹਿੰਦੇ ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਜਿਵੇਂ ਬੰਦਾ ਇੱਕ ਕੱਪੜਾ ਮੈਲਾ ਹੋ ਗਿਆ ਫਿਰ ਉਹਨੂੰ ਬਦਲਦਾ, ਧੋਣ ਲਈ ਦੂਜਾ ਪਾ ਲੈਂਦਾ ਹੈ, ਐਵੇਂ ਕਰਮਾਂ ਅਨੁਸਾਰ ਮਨੁੱਖ ਨੂੰ ਕਦੇ ਸੁੱਖ ਮਿਲਦਾ ਹੈ, ਉਹ ਕਰਮ ਭੋਗ ਲਿਆ, ਫਿਰ ਅੱਗੇ ਦੁੱਖ ਦਾ ਕਰਮ ਆ ਗਿਆ, ਫਿਰ ਦੁੱਖ ਭੋਗਦਾ ਹੈ। ਨਾ ਹਮੇਸ਼ਾ ਸੁੱਖ ਰਹਿੰਦਾ, ਨਾ ਹਮੇਸ਼ਾ ਦੁੱਖ ਰਹਿੰਦਾ ਹੈ। ਇਹ ਕੱਪੜਿਆਂ ਦੀ ਨਿਆਈ ਨੇ। ਜਿਵੇਂ ਸਰੀਰ ਦੇ ਕੱਪੜੇ ਬਦਲੀਦੇ ਆ, ਐਵੇਂ ਹੀ ਰੂਹ ਨੂੰ ਗੁਰਸੰਗਤ ਜੀ ਦੁੱਖ ਦੇ ਮਹਿਸੂਸ ਹੁੰਦਾ ਹੈ। ਦੁੱਖ ਭਾਵੇਂ ਸਰੀਰ ਨੂੰ ਲੱਗਦੇ ਆ ਪਰ ਮਨੁੱਖ ਨੂੰ ਮਹਿਸੂਸ ਰੂਹ ਨੂੰ ਹੁੰਦੇ ਆ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਵਿੱਚ ਦੱਸਿਆ ਵੀ ਸੰਸਾਰ ਦੇ ਵਿੱਚ ਦੁੱਖ ਤੋਂ ਕੋਈ ਨਹੀਂ ਬਚੇਗਾ। ਧੰਨ ਗੁਰੂ ਨਾਨਕ ਸਾਹਿਬ ਦਾ ਬਚਨ ਹੈ। ਸਤ ਘਰੇ ਪਿੰਡ ਦੇ ਅੰਦਰ ਭਾਈ ਮਰਦਾਨੇ ਨੂੰ ਭੁਲੇਖਾ ਪਿਆ ਸੀ ਵੀ ਸਾਹੂਕਾਰ ਬੜਾ ਸੁਖੀ ਹੈ, ਪਰ ਮਹਾਰਾਜ ਨੇ ਜਣਾ ਦਿੱਤਾ ਸੀ ਵੀ ਇਹ ਸਭ ਤੋਂ ਵੱਡਾ ਦੁਖੀ ਹੈ। ਸਤਿਗੁਰੂ ਜੀ ਨੇ ਉਪਦੇਸ਼ ਦੇਣ ਲਈ ਸ਼ਬਦ ਉਚਾਰਿਆ ਸੀ, ਹੰਸਰ ਦਾਨ ਦੇ ਇੰਦਰ ਰੋਇਆ, ਸਵਰਗ ਦਾ ਰਾਜਾ ਵੀ ਰੋਇਆ, ਦੁਖੀ ਹੋਇਆ। ਪਰਸਰਾਮ ਰੋਵੈ ਘਰ ਆਇਆ, ਅਜਾ ਸਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲਾ ਸਜਾਏ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਇਹ ਸਾਰੇ ਰੋਂਦੇ ਦਰਸਾਏ ਆ, ਸਾਰੇ ਦੁਖੀ ਹੁੰਦੇ ਦੱਸੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ, ਭਾਈ ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁਖੀ ਹੈ। ਭਗਤ ਫਰੀਦ ਜੀ ਕਹਿੰਦੇ ਵੇਖੋ, ਦੁਨੀਆ ਦੇ ਅੰਦਰ ਪੁਰਾਤਨ ਸਮਿਆਂ ਦੇ ਵਿੱਚ ਘਰ ਦੇ ਵਿੱਚ ਪਾਥੀਆਂ ਦੀ ਅੱਗ ਦਿਖਾਈ ਜਾਂਦੀ। ਪਾਥੀ ਦੀ ਅੱਗ ਹੌਲੀ ਹੌਲੀ ਧੁਖਦੀ ਧੂਆਂ ਨਿਕਲਦਾ, ਦੂਰ ਦੂਰ ਤੱਕ ਪਤਾ ਲੱਗ ਜਾਂਦਾ ਵੀ ਉਹ ਸਾਹਮਣੇ ਘਰ ਦੇ ਵਿੱਚ ਧੂਆਂ ਨਿਕਲ ਰਿਹਾ, ਉਹਦੇ ਵਿੱਚ ਅੱਗ ਬਾਲੀ ਹੋਈ ਆ। ਜੇ ਕਿਸੇ ਨੂੰ ਲੋੜ ਹੁੰਦੀ ਅੱਗ ਲੈਣ ਚਲਿਆ ਜਾਂਦਾ। ਪਰ ਅੱਜ ਦੇ ਸਮੇਂ ਘਰਾਂ ਦੇ ਵਿੱਚ ਸਿਲੰਡਰ ਨੇ, LPG ਗੈਸ ਹੈ, ਮਨੁੱਖ ਨੂੰ ਧੂਆਂ ਦੇਖਣ ਨੂੰ ਨਹੀਂ ਮਿਲਦਾ ਘਰਾਂ ਦੇ ਵਿੱਚ, ਪਤਾ ਹੀ ਨਹੀਂ ਲੱਗਦਾ। ਐਵੇਂ ਹੀ ਜਿਹੜਾ ਦੁੱਖ ਹੈ, ਪੁਰਾਣੇ ਸਮੇਂ ਮਨੁੱਖ ਆਪਣਾ ਦੁੱਖ ਜ਼ਾਹਰ ਕਰ ਦਿੰਦਾ ਸੀ, ਪਰ ਅੱਜ ਕੱਲ ਮਨੁੱਖ ਦੇ ਚਿਹਰੇ ਦੀ ਲਿਸ਼ਕ ਪੁਸ਼ਕ ਇੰਨੀ ਹੈ, ਉਹ ਪਤਾ ਹੀ ਨਹੀਂ ਲੱਗਣ ਦਿੰਦਾ ਵੀ ਇਹਨੂੰ ਕੋਈ ਦੁੱਖ ਹੈ। ਜਿਵੇਂ ਭਾਈ ਮਰਦਾਨੇ ਨੂੰ ਭੁਲੇਖਾ ਪਿਆ, ਸਾਨੂੰ ਵੀ ਭੁਲੇਖਾ ਪੈ ਜਾਂਦਾ ਵੀ ਇਹ ਤਾਂ ਬੜਾ ਵੱਡਾ ਉੱਚੇ ਅਹੁਦੇ ਤੇ ਬੈਠਾ ਮਨੁੱਖ ਹੈ, ਇਹ ਤਾਂ ਸੁਖੀ ਬੜਾ ਹੋਵੇਗਾ, ਇਹ ਤਾਂ ਅਮੀਰ ਹੀ ਵੱਡਾ ਹੈ, ਇਹਦੇ ਕੋਲ ਤਾਂ ਵੱਡੀ ਗੱਡੀ ਹੈ, ਇਹਦੇ ਕੋਲ ਵੱਡੀ ਕੋਠੀ ਹੈ, ਇਹ ਤਾਂ ਸੁਖੀ ਹੋਵੇਗਾ। ਲਿਸ਼ਕ ਪੁਸ਼ਕ ਦੇਖ ਕੇ ਅਸੀਂ ਭੁਲੇਖੇ ਵਿੱਚ ਪੈ ਜਾਂਦੇ ਹਾਂ ਵੀ ਇੱਥੇ ਤਾਂ ਅੱਗ ਹੈ ਹੀ ਨਹੀਂ, ਪਰ ਉਹ ਅੱਗ ਮੱਚ ਰਹੀ ਹੁੰਦੀ ਹੈ। ਭਗਤ ਫਰੀਦ ਜੀ ਕਹਿੰਦੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜਗ, ਉੱਚਾ ਚੜ੍ਹ ਕੇ ਦੇਖਿਆ ਘਰ ਘਰ ਇਹ ਅੱਗ। ਅੱਗ ਤਾਂ ਘਰ ਘਰ ਮੱਚ ਰਹੀ ਹੈ, ਪਰ ਲੁਕਮੀ ਮੱਚ ਰਹੀ ਹੈ। ਹਰ ਸਰੀਰ ਦੁਖੀ ਹੈ, ਕੋਈ ਰੋਗ ਕਰਕੇ ਦੁਖੀ ਹੈ, ਕੋਈ ਟੈਨਸ਼ਨਾਂ ਕਰਕੇ ਦੁਖੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜਿਹੜਾ ਮਨੁੱਖ ਹੈ ਬਿਨ ਬੂਝੇ ਅਗਿਆਨਤਾ ਕਰਕੇ ਦੁਖੀ ਹੈ, ਦੁੱਖ ਕਮਾਵਣਾ, ਦੁੱਖ ਦੇ ਵਿੱਚ ਹੀ ਕਰਮ ਦੁੱਖ ਵਾਲੇ ਕਰਦਾ ਹੈ, ਉਹਦੀ ਫਿਰ ਕਮਾਈ ਵੀ ਦੁੱਖ ਰੂਪ ਹੀ ਹੁੰਦੀ ਆ। ਹੁਣ ਜੇ ਕਿਸੇ ਨੂੰ ਮਨੁੱਖ ਦੁੱਖ ਦਿੰਦਾ ਹੈ, ਉਹਦਾ ਫਲ ਆਪ ਨੂੰ ਸੁੱਖ ਥੋੜਾ ਮਿਲਣਾ ਹੈ। ਭਗਤ ਫਰੀਦ ਜੀ ਦਾ ਹੀ ਵਚਨ ਹੈ ਵੀ ਕੋਈ ਕਿੱਕਰ ਦੇ ਬੀਜ ਬੀਜ ਕੇ ਕਹੇ ਮੈਨੂੰ ਬਜੌਰ ਦੇਸ਼ ਦੀਆਂ ਦਾਖਾਂ ਮਿਲ ਜਾਣਗੀਆਂ, ਕਦੇ ਹੋ ਸਕਦਾ? ਜੇ ਕਿਸੇ ਨੂੰ ਦੁੱਖ ਦੇਵੇਗਾ ਤਾਂ ਦੁੱਖ ਭੋਗਣਾ ਹੀ ਪੈਣਾ। ਜੇ ਕੰਡੇ ਬੀਜੂਗਾ ਤਾਂ ਸੂਲਾਂ ਹੀ ਉਗਣਾ ਹੀ ਹੈ, ਉੱਥੇ ਫੁੱਲ ਤਾਂ ਹੁਣੋਂ ਰਹੇ। ਇਸ ਲਈ ਮਹਾਰਾਜ ਕਹਿੰਦੇ, ਭਾਈ ਜਿਹੜਾ ਮਨੁੱਖ ਜਿਹੋ ਜੇ ਕਰਮ ਕਰਦਾ ਹੈ ਉਹੋ ਜਿਹਾ ਫਲ ਮਿਲਦਾ। ਜਿਹੜੇ ਦੁੱਖ ਰੂਪੀ ਕਰਮ ਬੀਜਦੇ ਨੇ, ਦੁੱਖ ਹੀ ਕਮਾਉਂਦੇ ਆ, ਭੋਗਦੇ ਆ। ਹਉਮੈ ਆਵੈ ਜਾਈ ਪਰਮ ਭੁਲਾਵਣਾ। ਮਨੁੱਖ ਜਿਹੜਾ ਸਾਕਤ ਹੈ, ਹਉਮੈ ਦੇ ਵਿੱਚ ਕਰਮ ਕਰਦਾ ਹੈ। ਹਉਮੈ ਦਾ ਭਾਵ ਹਉ ਮੈਂ ਹਾਂ, ਮੈਂ ਦੇ ਵਿੱਚ ਹੀ ਹਮੇਸ਼ਾ ਰਹਿੰਦਾ, ਮੈਂ ਕਰਦਾ ਰਹਿੰਦਾ। ਮਹਾਰਾਜ ਕਹਿੰਦੇ ਹਉਮੈ ਆਵੈ ਜਾਏ, ਹਉਮੈ ਦੇ ਵਿੱਚ ਪਿਆ ਹੋਇਆ ਆਵੈ, ਸੰਸਾਰ ਦੇ ਵਿੱਚ ਆਉਂਦਾ ਹੈ, ਜੰਮਦਾ ਹੈ, ਫਿਰ ਹਉਮੈ ਦੇ ਵਿੱਚ ਹੀ ਚਲਿਆ ਜਾਂਦਾ ਹੈ, ਜੰਮਦਾ ਮਰਦਾ ਰਹਿੰਦਾ ਹੈ। ਭਰਮ ਭੁਲਾਵਣਾ, ਭਰਮ ਵਿੱਚ ਭੁੱਲਿਆ ਹੋਇਆ ਵੀ ਜੋ ਕੁਝ ਕਰ ਰਿਹਾ ਮੈਂ ਹੀ ਕਰ ਰਿਹਾ, ਮੇਰੇ ਬਿਨਾਂ ਤਾਂ ਕੁਝ ਕਰ ਨਹੀਂ ਰਿਹਾ। ਭਰਮ ਹੈ ਕਿ ਜੈਸਾ ਮਾਨੀਐ ਹੋਏ ਨਾ ਤੈਸਾ, ਜੋ ਅਸੀਂ ਮੰਨ ਲਿਆ ਉਹ ਹੋਵੇ ਨਾ, ਸਚਾਈ ਨਾ ਹੋਵੇ। ਮਨੁੱਖ ਨੂੰ ਭੁਲੇਖਾ ਜੇ ਮੈਂ ਘਰ ਨਾ ਚਲਾਵਾਂ ਤਾਂ ਘਰ ਚੱਲੇ ਹੀ ਨਾ, ਮੇਰੇ ਬਿਨਾਂ ਤਾਂ ਘਰ ਬਰਬਾਦ ਹੋ ਜਾਵੇ। ਜੇ ਮੈਂ ਕਮਾਈ ਨਾ ਕਰਾਂ ਤਾਂ ਪਰਿਵਾਰ ਦਾ ਕੀ ਬਣੇਗਾ?
ਇਹ ਮਨੁੱਖ ਨੂੰ ਭੁਲੇਖਾ ਹੈ, ਭਰਮ ਵਿੱਚ ਭੁੱਲਿਆ ਹੋਇਆ, ਹਉਮੈ ਦੇ ਕਰਮ ਕਰਦਾ ਜੰਮਦਾ ਮਰਦਾ ਹੈ। ਰਹਾਉ ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਤੂੰ ਗੁਰਮੁਖ ਰਖਣ ਹਾਰ, ਹਰ ਨਾਮ ਧਿਆਈਆ। ਹੁਣ ਗੁਰਮੁਖ ਦੀ ਅਵਸਥਾ ਕਹਿੰਦੇ ਆ, ਤੂੰ ਗੁਰਮੁਖ ਰੱਖਣ ਹਾਰ, ਹੇ ਵਾਹਿਗੁਰੂ ਤੂੰ ਗੁਰਮੁਖਾਂ ਦਾ ਰਾਖਾ ਹੈ। ਜਿਹੜੇ ਮਨਮੁਖ ਨੇ ਉਹ ਤਾਂ ਜੂਨਾਂ 'ਚ ਭਰਮਦੇ ਆ, ਪਰ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਤੂੰ ਜੂਨਾਂ 'ਚੋਂ ਰੱਖ ਲੈਣਾ, ਉਹਨਾਂ ਦੀ ਰੱਖਿਆ ਕਰਦਾ। ਗੁਰਮੁਖ ਤਿੰਨ ਤਰ੍ਹਾਂ ਦੇ ਕਹੇ ਆ, ਇੱਕ ਗੁਰਮੁਖ, ਇੱਕ ਗੁਰਮੁਖ ਤਰ, ਇੱਕ ਗੁਰਮੁਖ ਤਰ ਤਮ। ਗੁਰਮੁਖ ਤਾਂ ਉਹ ਚੰਗਾ ਜਿਹੜਾ ਮਨੁੱਖ ਆ ਉਹਦੇ ਨਾਲ ਚੰਗਿਆਈ ਕਰਦਾ, ਜਿਹੜਾ ਮਾੜਾ ਉਹਦੇ ਨਾਲ ਮਾੜਾ ਕਰਦਾ। ਜਿਹੜਾ ਗੁਰਮੁਖ ਤਰ ਦੂਜੀ ਉਹ ਗੁਰਮੁਖ ਦੀ ਅਵਸਥਾ ਕਹੀ ਹੈ, ਦੂਜੇ ਦਰਜੇ ਦੇ ਗੁਰਮੁਖ ਨੇ, ਉਹ ਆਪਣੇ ਚੰਗੇ ਕਰਮ ਕਰਦਾ, ਉਹ ਨਾ ਕਿਸੇ ਦਾ ਚੰਗਾ ਵੇਖਦਾ ਨਾ ਕਿਸੇ ਦਾ ਮਾੜਾ ਵੇਖਦਾ। ਜਿਹੜਾ ਗੁਰਮੁਖ ਤਰ ਤਮ ਹੈ, ਤੀਜੀ ਅਵਸਥਾ, ਤੀਜੇ ਦਰਜੇ ਦੇ ਸਿਖਰ ਦੇ ਜਿਹੜੇ ਗੁਰਮੁਖ ਨੇ ਉਹ ਸਭਨਾਂ ਦਾ ਹੀ ਭਲਾ ਮੰਗਦੇ ਆ। ਜੋ ਅਰਦਾਸ ਚ ਕਿਹਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਧੰਨ ਭਾਈ ਕਨ੍ਹਈਆ ਜੀ ਜੈਸੇ ਉਹ ਜੰਗ ਦੇ ਵਿੱਚ ਵੀ ਵੈਰੀਆਂ ਨੂੰ ਪਾਣੀ ਪਿਆਈ ਜਾ ਰਹੇ, ਮੱਲਮ ਪੱਟੀ ਕਰੀ ਜਾ ਰਹੇ ਆ। ਜਿਹੜੇ ਐਸੇ ਗੁਰਮੁਖ ਨੇ, ਮਹਾਰਾਜ ਕਹਿੰਦੇ ਉਹਨਾਂ ਦੀ ਤੂੰ ਆਪ ਰੱਖਿਆ ਕਰਦਾ। ਕਿਉਂ ਰੱਖਿਆ ਕਰਦਾ? ਕਿਉਂਕਿ ਉਹ ਵਾਹਿਗੁਰੂ ਦਾ ਨਾਮ ਧਿਆਉਂਦੇ ਆ। ਮਿਲਹਿ ਤੁਝੇ ਰਜਾਈ, ਸ਼ਬਦ ਕਮਾਈਆ। ਉਹਨਾਂ ਨੂੰ ਤੂੰ ਆਪ ਆਪਣੀ ਰਜਾ ਵਿੱਚ ਮੇਲ ਲੈਣਾ। ਕਹਿੰਦੇ ਮਹਾਰਾਜ ਫਿਰ ਉਹਨਾਂ ਨੂੰ ਕਿਉਂ ਮੇਲਦਾ, ਸਾਕਤਾਂ ਨੂੰ ਕਿਉਂ ਨਹੀਂ ਮੇਲਦਾ? ਮਹਾਰਾਜ ਕਹਿੰਦੇ ਜਿਹੜਾ ਸਾਕਤ ਆ ਉਹ ਸ਼ਬਦ ਦੀ ਕਮਾਈ ਨਹੀਂ ਕਰਦਾ, ਉਹ ਨਾਮ ਨਹੀਂ ਜਪਦਾ। ਸਾਡੇ 'ਚ ਘਾਟ ਇਹੋ ਹੀ ਪੈ ਗਈ, ਅਸੀਂ ਪੰਜਾਂ ਪਿਆਰਿਆਂ ਤੋਂ ਗੁਰਮੰਤਰ ਲੈ ਲੈਨੇ ਆ, ਅੰਮ੍ਰਿਤ ਛਕ ਲੈਨੇ ਆ। ਅੰਮ੍ਰਿਤ ਛਕ ਕੇ ਕਿਰਪਾਨ ਭਾਵੇਂ ਪਾਈ ਹੋਈ ਹੈ, ਕੇਸ ਭਾਵੇਂ ਰੱਖੇ ਹੋਏ ਆ, ਕੜਾ ਭਾਵੇਂ ਪਹਿਨੇ ਆ, ਕਛਹਿਰਾ ਹੈ, ਪੰਜੇ ਕਕਾਰਾਂ ਦੇ ਧਾਰਨੀ ਆ, ਪਰ ਨਾ ਬਾਣੀ ਪੜ੍ਹਦੇ ਆ ਨਾ ਨਾਮ ਜਪਦੇ ਆ। ਪੰਜਾਂ ਪਿਆਰਿਆਂ ਨੇ ਕਿਹਾ ਸੀ, ਭਾਈ ਪੰਜਾਂ ਕਕਾਰਾਂ ਦਾ ਧਾਰਨੀ ਹੋ ਕੇ ਚਾਰੇ ਬੱਜਰ ਕੁਰੈਤਾਂ ਤੋਂ ਬਚ ਕੇ ਰਹਿਣਾ ਹੈ। ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਹੈ, ਗੁਰਮੰਤਰ ਦਾ ਅਭਿਆਸ ਕਰਨਾ ਹੈ, ਮੂਲ ਮੰਤਰ ਦਾ ਅਭਿਆਸ ਕਰਨਾ ਹੈ ਤੇ ਗੁਰਬਾਣੀ ਦਾ ਨਿਤਨੇਮ ਕਰਨਾ ਹੈ। ਹੁਣ ਨਿਤਨੇਮ ਬਿਰਲੇ ਗੁਰਸਿੱਖ ਨੇ ਜਿਹੜੇ ਕਰਦੇ ਆ। ਬਹੁਤਾਤ ਸਿੱਖੀ ਦੇ ਵਿੱਚ ਅੱਜ ਵੱਡੀ ਘਾਟ ਐਸੀ ਹੋ ਗਈ ਕਿ ਅਸੀਂ ਬਹੁਤੇ ਤਾਂ ਨਿਤਨੇਮ ਨਹੀਂ ਕਰਦੇ, ਅਸੀਂ ਨਿਤਨੇਮ ਛੱਡ ਬੈਠੇ ਆ। ਨਿਤਨੇਮ ਛੱਡਣ ਕਰਕੇ ਹੀ ਸਾਡੇ ਘਰਾਂ ਦੇ ਵਿੱਚ ਦੁੱਖ ਵਿਆਪ ਰਹੇ ਆ। ਜੇ ਅਸੀਂ ਸ਼ਬਦ ਦਾ ਪਹਿਰਾ, ਚੌਗਿਰਦ ਹਮਾਰਾ RAM ਕਾਰ, ਦੁੱਖ ਲੱਗਾ ਨਾ ਭਾਈ। ਜੇ ਸ਼ਬਦ ਦਾ ਪਹਿਰਾ ਲਾ ਦਈਏ ਚੌਗਿਰਦ ਦੇ ਘਰ ਦੇ ਵਿੱਚ, ਫਿਰ ਦੁੱਖ ਕਿਵੇਂ ਲੱਗੇਗਾ? ਨਾ ਨਿਤਨੇਮ ਕਰੀਏ। ਜੇ ਨਿਤਨੇਮ ਕਰਦੇ ਆ, ਪੁੱਛੀਦਾ ਭਾਈ ਕਈ ਨਿਤਨੇਮ ਕਰਦਾ, ਤਾਂ ਕਹਿੰਦੇ ਜੀ ਮੈਂ ਨਿਤਨੇਮ ਦੀਆਂ ਬਾਣੀਆਂ ਪੜ੍ਹਦਾ, ਕਦੇ ਕਦੇ ਸੁਖਮਨੀ ਸਾਹਿਬ ਇਤਿਹਾਸਾਂ ਦੀ ਵਾਰ ਵੀ ਪੜ੍ਹ ਲਈਦੀ ਆ। ਫਿਰ ਭਾਈ ਜਿਹੜਾ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਦਿੱਤਾ ਉਹ ਕਾਦੇ ਵਾਸਤੇ ਆ? ਉਹ ਵੀ ਤਾਂ ਸਾਡੇ ਗੁਰਸਿੱਖਾਂ ਵਾਸਤੇ ਹੀ ਦਿੱਤਾ ਨਾ। ਪੰਜਾਂ ਪਿਆਰਿਆਂ ਨੇ ਹੁਕਮ ਕੀਤਾ ਸੀ ਮੂਲ ਮੰਤਰ ਦਾ ਅਭਿਆਸ ਕਰਨਾ ਹੈ, ਫਿਰ ਗੁਰਮੰਤਰ ਦਾ ਅਭਿਆਸ ਕਰਨਾ ਹੈ। ਗੁਰਮੰਤਰ ਦਾ ਅਭਿਆਸ ਛੇਤੀ ਚੱਕਰ ਚੱਲ ਪੈਂਦਾ, ਛੇਤੀ ਜਾਪ ਚੱਲ ਪੈਂਦਾ। ਕਈ ਗੁਰਮੁਖ ਮੂਲ ਮੰਤਰ ਦਾ ਅਭਿਆਸ ਕਰਦੇ ਆ, ਕੋਈ ਗੁਰਮੰਤਰ ਦਾ ਅਭਿਆਸ ਕਰਦੇ ਆ, ਪਰ ਬਹੁਤਾਤ ਐਸੀ ਹੈ ਵੀ ਨਾਮ ਨਹੀਂ ਜਪਦੇ। ਫਿਰ ਉਹ ਹੌਲੀ ਹੌਲੀ ਜਿਵੇਂ ਬੂਟਾ ਲਾ ਦਈਏ, ਪੌਦਾ ਲਾ ਦਈਏ, ਮੁੜ ਕੇ ਉਹਨੂੰ ਪਾਣੀ ਨਾ ਪਾਈਏ, ਇੱਕ ਦਿਨ ਉਹਨੇ ਸੁੱਕਣਾ ਹੀ ਆ ਨਾ। ਉਹ ਇੱਕ ਹਵਾ ਦਾ ਝੋਕਾ ਆਉਂਦਾ, ਸੁੱਕਿਆ ਹੋਇਆ ਬੂਟਾ ਹਵਾ ਦੇ ਝੋਕੇ ਨਾਲ ਉਸੇ ਵੇਲੇ ਥੋੜੀ ਜਿਹੀ ਹਨੇਰੀ ਨਾਲ ਟੁੱਟ ਜਾਂਦਾ। ਇਸੇ ਤਰ੍ਹਾਂ ਜਿਹੜਾ ਮਨੁੱਖ ਹੈ, ਭਾਵੇਂ ਅੰਮ੍ਰਿਤ ਛਕ ਲਿਆ, ਉਹ ਨਾਮ ਨਹੀਂ ਜਪਦਾ, ਬਾਣੀ ਨਹੀਂ ਪੜ੍ਹਦਾ। ਜਦੋਂ ਨਾਮ ਤੇ ਬਾਣੀ ਦਾ ਪਹਿਰਾ ਨਹੀਂ ਹੈ, ਉਹ ਸਿੱਖੀ ਦਾ ਬੂਟਾ ਸੁੱਕਣ ਲੱਗ ਜਾਂਦਾ। ਨਾ ਸੰਗਤ ਕਰਨੀ, ਨਾ ਗੁਰਸਿੱਖਾਂ ਨੂੰ ਮਿਲਣਾ, ਨਾ ਗੁਰਮਤਿ ਦੀਆਂ ਵਿਚਾਰਾਂ ਕਰਨੀਆਂ, ਨਾ ਕਥਾ ਕੀਰਤਨ ਕਰਨਾ ਸੁਣਨਾ, ਉਹ ਹੌਲੀ ਹੌਲੀ ਸਿੱਖੀ ਦਾ ਬੂਟਾ ਸੁੱਕਣ ਲੱਗ ਜਾਂਦਾ। ਆਪਾਂ ਸੁਣਦੇ ਆ ਨਾ ਜੀ, ਫਲਾਣੇ ਨੇ ਅੰਮ੍ਰਿਤ ਛਕਿਆ ਸੀ, ਕੇਸ ਕਟਾਤੇ।
ਉਹ ਇਹੋ ਹੀ ਕਾਰਨ ਹੈ, ਉਹ ਨਾ ਸਿਮਰਨ ਕਰਦੇ ਆ ਨਾ ਨਿਤਨੇਮ ਕਰਦੇ ਆ। ਜਿਹੜਾ ਨਿਤਨੇਮੀ ਆ, ਸਿਮਰਨ ਵਾਲਾ ਹੈ, ਸੰਗਤ ਕਰਦਾ ਹੈ, ਉਹ ਤੇ ਗੁਰੂ ਦੀ ਕਿਰਪਾ ਉਹ ਕਦੇ ਵੀ ਕੁਰੈਤ ਨਹੀਂ ਕਰਦਾ। ਜੇ ਕਰ ਲਵੇ ਤਾਂ ਮਹਾਰਾਜ ਨੇ ਸਾਨੂੰ ਰਸਤਾ ਦਿੱਤਾ ਵੀ ਪੰਜਾਂ ਦੇ ਪੇਸ਼ ਹੋ ਕੇ ਸੁਧਾਈ ਕਰਾ ਲਵੋ, ਫੇਰ ਬਖਸ਼ਿਸ਼ ਹੋ ਜਾਂਦੀ ਹੈ। ਧੰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਗੁਰਮੁਖਾਂ ਨੂੰ ਤਾਂ ਉਹ ਪਰਮੇਸ਼ਰ ਰੱਖਦਾ ਹੈ, ਤਾਂ ਆਪਣੇ ਵਿੱਚ ਮਿਲਦਾ ਸ਼ਬਦ ਕਮਾਈ ਹੈ। ਗੁਰਮੁਖ ਸ਼ਬਦ ਦੀ ਕਮਾਈ ਕਰਦੇ ਆ। ਤੂੰ ਕਰ ਕਰ ਵੇਖ ਹੈ ਆਪ, ਦੇਹ ਸੋ ਪਾਈਆ। ਇਹ ਵਾਹਿਗੁਰੂ ਜੀ, ਤੂੰ ਜੀਆਂ ਨੂੰ ਆਪ ਸੰਸਾਰ ਵਿੱਚ ਪੈਦਾ ਕਰਕੇ ਆਪ ਵੇਖ ਰਹੇ ਹੈ, ਤੇ ਜਿੱਥੇ ਆਪ ਪੈਦਾ ਕੀਤਾ ਆਪ ਉਹਨਾਂ ਨੂੰ ਵੇਖ ਰਿਹਾ। ਤੂੰ ਜੋ ਦਿਨਾ ਉਹੀ ਜੀਵ ਪਾਉਂਦੇ ਆ, ਤੈਥੋਂ ਬਿਨਾ ਹੋਰ ਕੋਈ ਦਾਤਾਂ ਦੇਣ ਵਾਲਾ ਨਹੀਂ। ਤੂੰ ਦੇਖੇ ਥਾਪ ਉਥਾਪ, ਦਰ ਵੀ ਨਾਈਆ। ਤੂੰ ਜੀਵਾਂ ਨੂੰ ਪੈਦਾ ਕਰਕੇ ਥਾਪ ਕੇ ਫਿਰ ਉਹਨਾਂ ਦਾ ਅੰਤ ਵੀ ਆਪ ਕਰਦਾ ਹੈ। ਉਹਨਾਂ ਨੂੰ ਆਪ ਹੀ ਤੂੰ ਪੈਦਾ ਕਰਕੇ ਅੰਤ ਕਰਕੇ ਸਾਰਾ ਤਮਾਸ਼ਾ ਵੇਖ ਰਿਹਾ ਹੈ। ਦੇਹੀ ਹੋ ਅਗ ਖਾਕ, ਪਵਨ ਉਡਾਈਆ। ਜਿਸ ਵੇਲੇ ਇਹ ਦੇਹੀ ਦੇ ਵਿੱਚੋਂ ਪੌਣ ਨਿਕਲ ਜਾਂਦੀ ਹੈ, ਹੰਸ ਅਕੇਲਾ ਅੱਗੇ ਜਾਂਦਾ ਹੈ, ਉਸ ਵੇਲੇ ਜਿਹੜਾ ਸਰੀਰ ਉਹ ਤਾਂ ਪਹਿਲਾਂ ਵਾਂਗੂ ਹੀ ਸੀ, ਪਰ ਜਦੋਂ ਪੌਣ ਨਿਕਲ ਗਈ, ਹੰਸ ਚਲਿਆ ਗਿਆ, ਜੋਤ ਨਿਕਲ ਗਈ, ਇਹ ਖਾਕ ਹੋ ਜਾਂਦੀ ਹੈ ਦੇਹੀ। ਮਹਾਰਾਜ ਕਹਿੰਦੇ ਦੇਹੀ ਹੋਵਗ ਖਾਕ, ਖਾਕ ਤੋਂ ਭਾਵ ਸਵਾਹ ਬਣ ਜਾਂਦੀ ਆ, ਮਿੱਟੀ ਹੋ ਜਾਂਦੀ ਹੈ। ਪਵਨ ਉਡਾਈ ਹੈ, ਕਦੋਂ ਮਿੱਟੀ ਹੋ ਜਾਂਦੀ ਹੈ? ਜਦੋਂ ਇਹਦੇ ਵਿੱਚੋਂ ਪੌਣ ਸਵਾਸ ਨਿਕਲ ਜਾਂਦੇ ਆ। ਇਹੋ ਕਿੱਥਾ ਘਰ ਆਉ ਤਾਕ, ਮਹਿਲ ਨਾ ਪਾਈਆ। ਐ ਸਾਕਤ ਪੁਰਸ਼ ਜਿਹੜਾ ਤੂੰ ਹੋਮੈ ਚ ਕਹਿਣਾ ਵੀ ਆ ਮੇਰਾ ਮਕਾਨ ਹੈ, ਮੈਂ ਬਣਾਇਆ, ਜੇ ਮੈਂ ਕਮਾਈ ਨਾ ਕਰਦਾ ਤਾਂ ਮਕਾਨ ਕੌਣ ਬਣਾਉਂਦਾ? ਏਡੀ ਕੋਠੀ ਕੌਣ ਬਣਾਉਂਦਾ? ਮਹਾਰਾਜ ਕਹਿੰਦੇ ਜਦੋਂ ਤੇਰੇ ਸਰੀਰ ਚੋਂ ਪੌਣ ਨਿਕਲਦੀ ਹੈ, ਤੇਰਾ ਸਰੀਰ ਖਾਕ ਹੋ ਜਾਂਦਾ ਹੈ, ਇਹ ਮਹਿਲ ਵੀ ਫਿਰ ਇੱਥੇ ਹੀ ਰਹਿ ਜਾਂਦੇ ਆ। ਇੱਕ ਦਿਨ ਐਸਾ ਆਉਂਦਾ ਹੈ ਇਹ ਮਹਿਲ ਵੀ ਨਹੀਂ ਰਹਿੰਦੇ, ਫਿਰ ਔਤਾਕ ਜਿਹੜੀਆਂ ਡਿਉੜੀਆਂ ਨੇ, ਬੈਠਕਾਂ ਨੇ, ਕਮਰੇ ਨੇ, ਉਹ ਵੀ ਨਹੀਂ ਰਹਿੰਦੇ। ਮਹਾਰਾਜ ਨੇ ਗੁਰਬਾਣੀ ਦੇ ਵਿੱਚ ਸਿਖਰ ਦੀਆਂ ਉਦਾਹਰਨਾਂ ਵਰਤੀਆਂ ਨੇ। ਲੰਕਾ ਸਾ ਕੋਟ ਸਮੁੰਦ ਸੀ ਖਾਈ, ਐਸੀ ਲੰਕਾ ਜਿਹੜੀ ਮਹਾਰਾਜ ਨੇ ਕਿਹਾ ਵੀ ਸੋਨੇ ਦੀ ਸੀ। ਲੰਕਾ ਗੜ ਸੋਨੇ ਕਾ ਭਇਆ, ਲੰਕਾ ਦਾ ਕਿਲਾ ਸੋਨੇ ਦਾ ਸੀ, ਤੇ ਅੱਜ ਕਿਤੇ ਉਹਦੀ ਨਿਸ਼ਾਨੀ ਵੀ ਨਹੀਂ ਦੇਖਣ ਨੂੰ ਮਿਲਦੀ। ਹੈ ਕਿਤੇ ਉਹ ਕਿਲਾ, ਉਹ ਜਗ੍ਹਾ ਕਿਤੇ ਦੇਖਣ ਨੂੰ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਮਨੁੱਖ ਤੂੰ ਹੰਕਾਰ ਕਰਦਾ, ਮੇਰੀ ਕੋਠੀ, ਮੇਰਾ ਘਰ ਮੈਂ ਬਣਾਇਆ, ਹਉਮੈ ਦੇ ਵਿੱਚ ਹੀ ਤੂੰ ਜੀਵਨ ਵਿਅਰਥ ਗਵਾਉਣਾ ਹੈ। ਇੱਕ ਦਿਨ ਨਾ ਤੇਰਾ ਸਰੀਰ ਰਹਿਣਾ ਹੈ, ਨਾ ਇਹ ਮਕਾਨ ਰਹਿਣੇ ਐ। ਦੇਹੁ ਦੀਵੀ ਅੰਧ ਘੋਰ, ਘੱਬ ਮੁਹਾਈਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦੇਹੁ ਦੇਵੀ, ਦੇਹੁ ਦੇਵੀ ਪ੍ਰਾਤਨ ਸਮਿਆਂ ਦੇ ਵਿੱਚ ਇੱਕ ਅਖੌਤ ਸੀ, ਕਹਾਵਤ ਸੀ ਵੀ ਚਿੱਟੇ ਦਿਨ, ਦੁੱਧ ਚਿੱਟੇ ਦਿਨ। ਜਦੋਂ ਕੋਈ ਮਨੁੱਖ ਗਲਤੀ ਕਰਦਾ, ਸਿਆਣਾ ਬੰਦਾ ਕਹਿੰਦਾ ਉਹ ਭਾਈ ਚਿੱਟਾ ਦਿਨ ਚੜਿਆ ਹੋਇਆ ਹੈ, ਤੈਨੂੰ ਚਿੱਟੇ ਦਿਨ ਵੀ ਦੀਂਦਾ ਨਹੀਂ। ਮਹਾਰਾਜ ਕਹਿੰਦੇ ਦੇਹੁ ਦੇਵੀ ਅੰਧ ਘੋਰ, ਘੁੱਪ ਹਨੇਰੇ ਵਾਂਗੂ, ਜਿਵੇਂ ਮਨੁੱਖ ਹਨੇਰੇ ਦੇ ਵਿੱਚ ਕੋਈ ਦਿਖਾਈ ਨਹੀਂ ਨਾ ਦਿੰਦਾ, ਐਵੇਂ ਮਨੁੱਖ ਨੂੰ ਦੇਹੁ ਦੇਵੀ ਗੁਰੂ ਜਨਾਂ ਵੱਲੋਂ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਥਾਂ ਥਾਂ ਸੁਣਾਏ ਜਾ ਰਹੇ ਆ। ਥਾਂ ਥਾਂ ਮਨੁੱਖ ਸੁਣਦਾ ਵੀ ਹੈ, ਪਰ ਮਨੁੱਖ ਨੂੰ ਸੋਝੀ ਹੁੰਦਿਆਂ ਹੋਇਆਂ ਵੀ ਸਮਝਦਾ ਨਹੀਂ ਹੈ। ਜਿਵੇਂ ਹਨੇਰੇ ਦੇ ਵਿੱਚ ਮਨੁੱਖ ਨੂੰ ਕੁਝ ਦਿਸਦਾ ਨਹੀਂ ਨਾ, ਇਉਂ ਮਨੁੱਖ ਦੇਹੁ ਦੇਵੀ ਭਾਵ ਚਿੱਟੇ ਦਿਨ ਵਿੱਚ, ਚਾਨਣ ਵਿੱਚ, ਗਿਆਨ ਹੁੰਦਿਆਂ ਹੋਇਆਂ ਵੀ ਅਗਿਆਨੀਆਂ ਵਾਲੇ ਕਰਮ ਕਰਦਾ ਹੈ। ਹੁਣ ਕਥਾ ਸੁਣੀ ਹੈ, ਚਾਨਣ ਹੈ ਵੀ ਨਾਮ ਨਹੀਂ ਜਪਾਂਗੇ ਤਾਂ ਜੂਨਾਂ 'ਚ ਪੈਣਾ ਪੈਣਾ ਹੈ, ਸੰਗਤ ਨਹੀਂ ਕਰਾਂਗੇ ਜੂਨਾਂ 'ਚ ਪੈਣਾ ਪੈਣਾ ਹੈ, ਪਰ ਮਨੁੱਖ ਨੂੰ ਸੋਝੀ ਹੁੰਦਿਆਂ ਹੋਇਆਂ ਵੀ ਨਾਮ ਨਹੀਂ ਜਪਦਾ। ਹੁਕਮ ਹੈ ਸਮੇਂ ਦਾ ਦਸਵੰਧ ਕੱਢਣਾ, 2.5 ਘੰਟੇ ਨਾਮ ਜਪਣਾ ਹੈ, ਨਹੀਂ ਤਾਂ ਫਿਰ ਅੰਤ ਵੇਲੇ ਔਖਾ ਹੋਵੇਗਾ। ਪਰ ਮਨੁੱਖ ਜੀਵਨ ਫੇਰ ਵੀ ਮਾਇਆ ਦੇ ਪਿੱਛੇ ਲੋਭ ਲਾਲਚ ਦੇ ਕਰਮ ਕਰਦਿਆਂ ਜੀਵਨ ਵਿਅਰਥ ਗਵਾ ਰਿਹਾ।
ਘਬ ਮਹਾਈ ਹੈ ਮਹਾਰਾਜ ਕਹਿੰਦੇ ਬੇਅਰਥ ਜੀਵਨ ਠੱਗਿਆ ਜਾ ਰਿਹਾ ਹੈ। ਗਰਭ ਮੁਸਾ ਘਰ ਚੂਰ ਕਿਸ ਰੁਆਈਆ। ਗਰਭ ਮੁਸਾ ਘਰ ਚੋਰ, ਇਹ ਸਰੀਰ ਰੂਪੀ ਘਰ ਨੂੰ ਜਿਹੜੇ ਚੋਰ ਗਰਭ ਹੰਕਾਰ ਆਦਿਕ ਪੰਜੇ ਜਿਹੜੇ ਵਿਕਾਰਾਂ ਰੂਪੀ ਚੋਰ ਨੇ ਉਹ ਮੁੱਸਾ ਕਹੀਏ ਲੁੱਟ ਰਹੇ ਨੇ। ਕਿਸ ਰੁਆਈ ਹੈ, ਕਿਹਦੇ ਅੱਗੇ ਰੋਈਏ, ਕਿਹਦੇ ਅੱਗੇ ਪੁਕਾਰ ਕਰੀਏ। ਗੁਰਮੁਖ ਚੋਰ ਨਾ ਲਾਗ। ਪਰ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਇਹ ਚੋਰ ਨਹੀਂ ਲੱਗ ਸਕਦੇ, ਕਿਉਂਕਿ ਉਹਨਾਂ ਨੇ ਸ਼ਬਦ ਦੀ ਕਮਾਈ ਕੀਤੀ। ਜੇ ਉਹਨਾਂ ਨੂੰ ਕਿਤੇ ਵਿਕਾਰ ਤੰਗ ਕਰਦੇ ਆ ਉਹ ਸ਼ਬਦ ਦਾ ਪੱਲਾ ਫੜ ਲੈਂਦੇ ਆ, ਉਸੇ ਵੇਲੇ ਸੁਰਤ ਸ਼ਬਦ ਵੱਲ ਲੈ ਜਾਂਦੇ ਆ। ਜਿਵੇਂ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖਾਂ ਦੇ ਜੀਵਨ ਪੁਸਤਕ 'ਚ ਜ਼ਿਕਰ ਆਉਂਦਾ ਹੈ ਕਿ ਉਹ ਮਹਾਂਪੁਰਖਾਂ ਨੂੰ ਇੱਕ ਵਾਰ ਮਾਇਆ ਪ੍ਰਤੱਖ ਹੋ ਕੇ ਮਹਾਂਪੁਰਖਾਂ ਤੇ ਹੱਲਾ ਕਰਨ ਲੱਗੇ। ਮਹਾਂਪੁਰਖ ਉਸੇ ਵੇਲੇ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ, ਦੌੜ ਕੇ ਸਤਿਗੁਰੂ ਦੀ ਤਾਬਿਆ ਬਹਿ ਗਏ। ਜਦੋਂ ਸਤਿਗੁਰੂ ਦੀ ਤਾਬਿਆ ਬੈਠੇ, ਇਹ ਇੱਕ ਐਸੀ ਅਵਸਥਾ ਕਮਾਈ ਵਾਲੇ ਪੁਰਖ ਜਦੋਂ ਸਿਖਰ ਦੀ ਅਵਸਥਾ ਤੇ ਪਹੁੰਚਦੇ ਆ ਉਦੋਂ ਮਾਇਆ ਪ੍ਰਤੱਖ ਹੋ ਕੇ ਹੱਲਾ ਕਰਦੀ ਆ। ਉਹ ਮਹਾਂਪੁਰਖਾਂ ਨੇ ਅਰਦਾਸ ਕੀਤੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਹੋਏ, ਮਹਾਰਾਜ ਨੇ ਰੱਖਿਆ ਕੀਤੀ, ਉਹ ਮਾਇਆ ਅਲੋਪ ਹੋ ਗਈ। ਇਉਂ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਨੇ ਗੁਰਮੁਖ ਚੋਰ ਨਾ ਲਾਗ। ਉਹ ਗੁਰਮੁਖਾਂ ਨੂੰ ਇਹ ਵਿਕਾਰਾਂ ਰੂਪੇ ਚੋਰ ਨਹੀਂ ਪੈਂਦੇ। ਹਰ ਨਾਮ ਜਗਾਈਆ। ਕਿਉਂਕਿ ਉਹ ਨਾਮ ਦੁਆਰਾ ਆਪਣੀ ਸੁਰਤ ਨੂੰ ਜਗਾ ਕੇ ਰੱਖਦੇ ਆ। ਉਹ ਸੁਰਤ ਨੂੰ ਕਿਉਂਕਿ ਮਨੁੱਖ ਚ ਲੁੱਟਿਆ ਉਦੋਂ ਹੀ ਜਾਂਦਾ ਹੈ ਜਦੋਂ ਮਨੁੱਖ ਘਰ ਦੇ ਵਿੱਚ ਦਰਵਾਜ਼ੇ ਖੁੱਲੇ ਛੱਡ ਕੇ ਸੌਂ ਜਾਵੇ। ਜਿਹੜਾ ਸੌਂ ਗਿਆ ਉਹ ਚੋਰ ਆ ਕੇ ਫਿਰ ਸਮਾਨ ਲੁੱਟ ਕੇ ਲੈ ਜਾਂਦੇ ਆ, ਚੋਰੀ ਕਰਕੇ ਲੈ ਜਾਂਦੇ ਆ। ਜਿਹੜਾ ਗੁਰਮੁਖ ਹੈ ਉਹ ਜਾਗਦਾ ਰਹਿੰਦਾ ਹੈ, ਉਹ ਵਿਕਾਰਾਂ ਵੱਲੋਂ ਸੁਰਤ ਨੂੰ ਜਗਾ ਕੇ ਰੱਖਦਾ ਹੈ, ਸ਼ਬਦ ਵਿੱਚ ਜੋੜਦਾ, ਉਹਦਾ ਘਰ ਨਹੀਂ ਲੁੱਟਿਆ ਜਾਂਦਾ। ਸ਼ਬਦ ਨਿਵਾਰੀ ਆਗ ਜੋਤ ਦੀ ਪਾਈਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਵਿਸ਼ਿਆਂ ਦੀ ਅੱਗ ਆ ਉਹ ਸ਼ਬਦ ਨੇ ਬੁਝਾ ਦਿੱਤੀ ਆ। ਸ਼ਬਦ ਦੀ ਕਮਾਈ ਕਰਦਿਆਂ ਸ਼ਬਦ ਦੀ ਰੌਸ਼ਨੀ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਬੁਝ ਗਈ, ਜੋਤ ਦੀ ਪਾਈ ਹੈ। ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਨੂੰ ਕਮਾਉਂਦਿਆਂ ਹੋਇਆਂ ਅੰਦਰੋਂ ਹੀ ਜੋਤ ਪ੍ਰਗਟ ਹੋ ਜਾਂਦੀ ਹੈ। ਲਾਲ ਰਤਨ ਹਰ ਨਾਮ ਗੁਰ ਸੁਰਤ 부ਝਾਈਆ। ਗੁਰੂ ਦਾ ਜਿਹੜਾ ਨਾਮ ਹੈ ਇਹ ਅਮੋਲਕ ਹੈ, ਗੁਰਮੁਖ ਨੂੰ ਸੋਝੀ ਹੋ ਜਾਂਦੀ ਹੈ ਵੀ ਹੋਰ ਕਿਸੇ ਲਾਲਾਂ ਦੀ ਹੀਰਿਆਂ ਦੀ ਲੋੜ ਨਹੀਂ ਹੈ, ਹੋਰ ਮਾਇਆ ਵੱਲ ਗੁਰਮੁਖ ਨਹੀਂ ਦੌੜਦਾ। ਉਹ ਲਾਲ ਰਤਨ ਹਰ ਨਾਮ ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ RAM ਲਿਆ ਹੈ ਮੋਲ। ਹਰੀ ਦਾ ਨਾਮ ਜਿਹੜਾ ਐਸਾ ਅਮੋਲਕ ਹੈ ਉਹ ਨਾਮ ਦੀ ਕਮਾਈ ਕਰਦੇ ਆ। ਗੁਰ ਸੁਰਤ ਬੁਝਾਈ ਹੈ, ਗੁਰੂ ਨੇ ਕਿਰਪਾ ਕਰਕੇ ਸੁਰਤ ਦੇ ਵਿੱਚ ਸੇਵਕ ਨੂੰ ਨਾਮ ਦਾ ਜਾਪ ਚਲਾ ਦਿੱਤਾ, ਸੋਝੀ ਦੇ ਦਿੱਤੀ। ਸਦਾ ਰਹਿ ਨਿਹਕਾਮ ਜੇ ਗੁਰਮੁਤ ਪਾਈਆ। ਜਿਹੜੇ ਗੁਰਸਿੱਖਾਂ ਨੇ ਗੁਰਮੁਖਾਂ ਨੇ ਗੁਰੂ ਦੀ ਮੱਤ ਸਿੱਖਿਆ ਪਾ ਲਈ ਆ ਉਹ ਸਦਾ ਰਹਿ ਨਿਹਕਾਮ ਨਿਸ਼ਕਾਮ ਕਰਮ ਕਰਦੇ ਆ। ਇੱਛਾ ਤੋਂ ਰਹਿਤ ਹੋ ਕੇ ਸੰਗਤ ਕਰਦੇ ਆ, ਇੱਛਾ ਤੋਂ ਰਹਿਤ ਹੋ ਕੇ ਸੇਵਾ ਸਿਮਰਨ ਕਰਦੇ ਆ। ਰਾਤ ਦਿਹਾ ਹਰ ਨਾਉ ਮਨ ਵਸਾਈਆ। ਉਹ ਦਿਨ ਰਾਤ ਨਾਮ ਜਪਦੇ ਆ, ਦਿਨ ਰਾਤੀ ਆਰਾਧ ਹੋ ਪਿਆਰੇ, ਨਿਮਖ ਨਾ ਕੀਜਾ ਢੀਲਾ। ਉਹ ਇੱਕ ਨਿਮਖ ਮਾਤਰ ਲਈ ਵੀ ਇੱਕ ਸੈਕਿੰਡ ਦੇ ਸਮੇਂ ਲਈ ਵੀ ਨਾਮ ਨੂੰ ਭੁਲਾਉਂਦੇ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜਦੋਂ ਇਹ ਨਾਮ ਭੁੱਲਾ ਇਹ ਮਨ ਨੇ ਉਸੇ ਵੇਲੇ ਵਿਕਾਰਾਂ ਵੱਲ ਚਲੇ ਜਾਣਾ ਹੈ। ਉਸੇ ਵੇਲੇ ਮਨ ਨੇ ਐਸੇ ਖੂਹ 'ਚ ਸਿੱਟਣਾ ਹੈ, ਮੁੜ ਕੇ ਨਿਕਲਣਾ ਔਖਾ ਹੋ ਜਾਣਾ। ਕਿਉਂਕਿ ਜਦੋਂ ਇੱਕ ਵਾਰੀ ਸੁਰਤ ਵਿਕਾਰੀ ਹੋ ਗਈ ਪਤਾ ਹੀ ਨਹੀਂ ਕਿੰਨੀਆਂ ਕੁ ਜੂਨਾਂ ਭੋਗਣੀਆਂ ਪੈਣ। ਸਤਿਗੁਰੂ ਮਹਾਰਾਜ ਨੇ ਕਿਹਾ ਨਾ, ਹੇ ਕਾਮੰ ਨਰਕ ਵਿਸ਼ਰਾਮੰ, ਬਹੁ ਜੋਨੀ ਭਰਮਾਵਣਾ ਹੈ। ਬਹੁ ਜੋਨੀ ਬਹੁਤੀਆਂ ਜੂਨਾਂ ਭੋਗਣੀਆਂ ਪੈਂਦੀਆਂ, ਬਾਰ-ਬਾਰ ਭਰਮਣਾ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਗੁਰਸਿੱਖ ਨੇ ਗੁਰਮੁਖ ਨੇ ਉਹ ਦਿਨ ਰਾਤ ਨਾਮ ਵਿੱਚ ਸੁਰਤ ਨੂੰ ਜੋੜਦੇ ਆ, ਮਨ ਵਿੱਚ ਨਾਮ ਉਹਨਾਂ ਦੇ ਵਸ ਜਾਂਦਾ ਹੈ। ਨਾਨਕ ਮੇਲ ਮਿਲਾਏ ਜੇ ਤੁਧ ਭਾਈਆ। ਏ ਵਾਹਿਗੁਰੂ ਜੀ, ਜੇ ਆਪ ਜੇ ਨੂੰ ਭਾ ਜਾਵੇ ਤਾਂ ਐਸੇ ਜਿਹੜੇ ਕਮਾਈ ਵਾਲੇ ਗੁਰਮੁਖ ਨੇ
ਉਹਨਾਂ ਨੂੰ ਆਪਣੇ ਵਿੱਚ ਆਪ ਜੀ ਮਿਲਾ ਲੈਂਦੇ ਹੋ। ਸਤਿਗੁਰੂ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਸ਼ਬਦ ਆਪ ਸੰਗਤਾਂ ਨਾਲ ਵਿਚਾਰ ਸਾਂਝੀ ਕੀਤੀ ਹੈ। ਇੱਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਿੰਦ ਹੈ, ਬਖਸ਼ ਲੈਣਾ ਜੀ। ਆਓ ਅਗਾਂਹ ਤੋਂ ਸਮਤ ਬਖਸ਼ਣੀ ਅਖੀਰਲੀਆਂ ਪੰਗਤੀਆਂ ਸਰਵਣ ਕਰੀਏ ਜੀ। ਰਾਤ ਦਿਹਾ ਹਰ ਨਾਉ ਮਨ ਵਸਾਈਆ, ਨਾਨਕ ਮੇਲ ਮਿਲਾਏ ਜੇ ਤੁਧ ਭਾਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।